ਜੀ अस्सलाम वालेकुम ਚਾਚਾ ਦੇ ਸੁਣਾਓ ਪਾਕਿਸਤਾਨ ਵੇਲੇ ਨਾ ਪੱਠੇ ਵਾੜ ਲੈਣੇ ਵਾਲਵੋ FM ਉਹਦੇ ਨਾਲੋਂ ਐਵਰੇਜ ਅੱਛੀ ਦਿੰਦੀ ਸਿਲੰਡਰ ਪੂਰਾ ਹੀ 6 385 ਦੇ ਟਾਇਰ ਇੰਸਟਾਲ ਨੇ ਆ ਗਿਆ ਗੱਡੀ ਦੇ ਵਿੱਚ ਤਕਰੀਬਨ 3 ਟ੍ਰਿਪਲਾਂ ਯੂਰਪ ਮੁਲਕ ਚ ਜਾਣਾ ਚਾਹੀਦਾ ਮੁਸ਼ਕਿਲ ਕੰਮ ਹੈ ਮਸਕਤ ਨਾਲੋਂ ਹੀ ਆਏ ਹਾਂ ਜੀ अस्सलाम वालेकुम ਚਾਚਾ ਦੇ ਸੁਣਾਓ ਉਮੀਦ ਕਰਦਾ ਸਾਰੇ ਤਰਕੜੇ ਹੋਸੋ ਤੇ YouTube ਦਾ ਜਨਾਬ ਅੱਜ ਵੀਲੌਗ ਸ਼ੂਟ ਕਰਨਾ ਹੈ ਜਿਹਦੇ ਵਿੱਚ ਆ ਜਨਾਬ ਸਾਡੇ ਨਾਲ ਨੇ ਰਿਆਸਤ ਗੋਂਦਲ ਸਾਹਿਬ ਤੇ ਉਹ ਕਿਹੜੀ ਗੱਡੀ ਚਲਾਉਂਦੇ ਨੇ ਤੇ ਉਹਨਾਂ ਦਾ ਵੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆ ਯੰਬੋ ਵੇਲ ਲਈ ਆਈ 50 ਵਾਲੇ ਮੱਤੇ ਤੇ ਨਾ ਤੇ ਉਹ ਪਾਕਿਸਤਾਨ ਵੇਲੇ ਨਾ ਪੱਠੇ ਵਾੜ ਲੈਣੇ ਨਾ ਤੇ ਵੜਕੀਆਂ ਆਖਣਾ ਬਾਈ ਬਾਲਣ ਚੀਰ ਲਵੀਏ ਵੇਲ ਲਈਆਂ ਤੇ ਜੇ ਕੋਈ ਮਾੜਾ ਚੰਗਾ ਟਾਈਮ ਹੋਣਾ ਵਾ ਬਾਲਣ ਨਾ ਘਰ ਸਾਠਿਆ ਵੀ ਵੇਲ ਲਈਆਂ ਇਸ ਵਜ੍ਹਾ ਤੋਂ ਟਾਈਮ ਦੇ ਟਾਈਮ ਸਾਰਾ ਕੰਮ ਕਰੀਦਾ ਹੀ ਵਾ ਨਵੀਂ ਐਕਸਟਰਾ ਬੁੱਤੀ ਨਾ ਪੈ ਜਾਵੇ ਗੱਲਾਂ ਤੇ ਕਰਦੇ ਰਹੀਏ ਤੇ ਮੁੱਕਦੇ ਨਹੀਂ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ ਜਿਹੜੇ ਬੰਦੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫਾਲੋ ਵੀ ਕਰ ਲਓ ਤੇ ਇਹ ਜਨਾਬ ਗੱਡੀ ਮੈਂ ਤੁਹਾਨੂੰ ਬਾਹਰੋਂ ਤਕਾ ਛੱਡਣਾ ਤੇ ਫਿਰ ਅੰਦਰ ਜਾ ਕੇ ਜਵਾਨ ਦਾ ਕਰਦੇ ਆ ਇੰਟਰਵਿਊ ਤੇ ਕੁਝ ਚੰਦ ਗੱਲਾਂ ਕਰਦੇ ਆ ਕਿਉਂਕਿ ਜ਼ਿੰਦਗੀ ਇਹ ਹੀ ਹੈ ਜਿਹੜੀ ਹਾਸੇ ਖੇਡੇ ਨਾਲ ਨੇ ਬਜਾਏ ਹਾਂ ਜੀ ਤੇ ਜਵਾਨੋ ਮੈਂ ਕਿਹਾ ਪਹਿਲਾਂ ਤੁਹਾਨੂੰ ਬਾਹਰੋਂ ਗੱਡੀ ਵਿਖਾ ਛੜਾ ਇਹ ਜਨਾਬ ਗੱਡੀ ਹੈ ਵਾਲਵੋ FM ਬਿਲਕੁਲ ਤੁਸੀਂ ਵੇਖ ਸਕਦੇ ਹੋ ਨਵੇਂ ਮਾਡਲ ਚ ਮੈਨੂੰ ਕਨਫਰਮ ਨਹੀਂ ਹੈ 14 ਜਾਂ 15 ਇਹ ਜਨਾਬ ਅੰਦਰ ਜਾ ਕੇ ਦੇਖੋ ਪਤਾ ਕਰਨੇ ਆ ਫਰਕ ਕੋਈ ਨਹੀਂ ਸਿਰਫ FM ਦਾ ਤੇ FH ਦਾ ਫਰਕ ਹੈ ਬਾਕੀ ਇੰਜਨ ਵਿੱਚ ਕੋਈ ਮਸਲਾ ਹੈ ਲੇਕਿਨ ਸਿਲੰਡਰ ਪੂਰਾ ਹੀ 6 ਅੱਗੇ 385 ਦੇ ਟਾਇਰ ਇੰਸਟਾਲ ਨੇ ਕਿਉਂਕਿ 385 ਦੇ ਟਾਇਰ ਹੋਣ ਤੇ ਗੱਡੀ ਲੁੱਕ ਅੱਛੀ ਦਿੰਦੇ ਨੇ ਠੀਕ ਹੈ ਬਾਕੀ ਅਸਲੈਂਸਰ ਆਪ ਉਤਾਂ ਇੰਸਟਾਲ ਕਰਾਇਆ ਅੱਗੇ ਵਿੱਚ ਐਡ ਬਲੂ ਦਾ ਸਿਸਟਮ ਆਈ ਬਾਕੀ ਇੰਜਨ ਦੇ ਵਿੱਚ ਵੜ ਕੇ ਸਾਨੂੰ ਕੋਈ ਪਤਾ ਨਹੀਂ ਵਿੱਚ ਕੀ ਸ਼ੈ ਹੈ ਬਾਕੀ ਇਹ ਸੇਮ ਹੀ ਹੈ FH ਤੇ FM ਵਿੱਚ ਐਡਾ ਫਰਕ ਕੋਈ ਨਹੀਂ ਲੇਕਿਨ ਇੱਕ ਫਰਕ ਹੈ ਇਹ ਡੀਜ਼ਲ ਹੈ ਉਹਦੇ ਨਾਲੋਂ ਐਵਰੇਜ ਅੱਛੀ ਦਿੰਦੀ ਹੈ ਵਾਲਵੋ FH ਨਾਲੋਂ ਠੀਕ ਹੈ ਇਹ ਥੋੜਾ ਤੇਲ ਘੱਟ ਪੀਂਦੀ ਆ ਜੋ ਬਾਕੀ ਅੰਦਰ ਚੱਲਨੇ ਆ ਤੇ ਬਾਹਰ ਬੜੀ ਗਰਮੀ ਹੈ ਇਹਨਾਂ ਕੋਈ ਪੁੱਛਨੇ ਆ ਕੀ ਨਿਜ਼ਾਮ ਹੈ ਹਾਂ ਜੀ ਤੇ ਜਵਾਨੋ ਆ ਗਿਆ ਗੱਡੀ ਦੇ ਵਿੱਚ ਤੇ ਮੈਂ ਜਨਾਬ ਤੁਹਾਨੂੰ ਮੁਲਾਕਾਤ ਵੀ ਕਰਾਨਾ ਤੇ ਇੰਟਰੋ ਵੀ ਕਰਾਨਾ ਤੇ ਉਸ ਤੋਂ ਬਾਅਦ ਜਿਹੜੀਆਂ ਮੋਟੀਆਂ ਸੋਹਣੀਆਂ ਗੱਲਾਂ ਨੇ ਉਹ ਬਾਈ ਤੋਂ ਪੁੱਛਨੇ ਆ ਕੀ ਤਰਤੀਬ ਹੈ ਕੀ ਗੱਡੀ ਕਿੰਨੇ ਦੀ ਲਈ ਹੈ ਕਿੰਨੇ ਫੇਰੇ ਲਾਉਂਦੇ ਹੋ ਕਿਤਨਾ ਸਫ਼ਰ ਕਰਦੇ ਹੋ ਹਾਂ ਜੀ अस्सलाम वालेकुम वालेकुम अस्सलाम जी भाईजान ਕੀ ਹਾਲ ਹੈ ਹਾਂ ਜੀ ਗੋਂਦਲ ਸਾਹਿਬ ਸੁਣਾਓ ਖਾਂ ਠੀਕ ਠਾਕ ਜੀ ਅੱਲਾ ਦਾ ਸ਼ੁਕਰ ਹੈ ਜਨਾਬ ਅੱਜ ਜਨਾਬ ਅਸੀਂ ਤੁਹਾਡਾ ਇੰਟਰੋ ਕਰਨਾ ਹੈ ਸਾਡੇ ਸੰਗੀ ਸਾਰੇ ਤੁਹਾਨੂੰ ਵੇਖ ਰਹੇ ਨੇ ਸਾਰੇ ਤੇ ਸੋਹਣੀਆਂ ਤੇ ਪੱਕੀਆਂ ਗੱਲਾਂ ਕਰਨੀਆਂ ਸਭ ਨਾਲੋਂ ਪਹਿਲਾਂ ਮੇਰਿਆਂ ਬੇਲੀਆਂ ਨੇ ਆਪਣਾ ਤਾਰਫ ਕਰਾ ਛੜੋ जी मेरा नाम चौधरी रियासत अली गोंदल है जिला जेलम तहसील पिंड दादन खान बामकाम सगरपुर आल मकीम UAE जी सुन लिया तारफ ते बाकी जनाब इन्हां को पूछने वा पहलो किथे रहे हो ते सान ते अगे ही पता है बस तुहानू दसना है इन्हां दी अपनी जुबानी दसना पहलो जनाब तुसी किथे रहे हो ते कितना साल रहे हो जी मस्कत मैं 9 साल रहे हैं जनाब मस्कत 9 साल ते केड़े शोबे ते की करदे रहे ने ओ भी तुहानू दसने केड़ी गड्डी चलांदे रहे ने ਤੇ ਉਹਨੇ ਨਾ ਕੋ ਕਿਹੜੀ ਗੱਡੀ ਹੈ ਮਸਕਤ ਕੀ ਕੰਮ ਕਰਦੇ ਰਹੇ ਹੋ ਤੇ ਕਿਹੜੀ ਗੱਡੀ ਤੁਸੀਂ ਡਰਾਈਵ ਕੀਤੀ ਹੈ ਡਰਾਈਵਿੰਗ ਹੀ ਕਰਦਾ ਰਿਹਾ IF 10 ਟਨੀ ਤੇ FH ਵੀ ਜੋ FH ਨਹੀਂ ਚਲਾਈ ਮੈਂ ਚਲਾਇਆ ਇਨੋ ਮਾਨ ਮਰਸੀਡੀਜ਼ ਸਾਊਦੀ ਅਰਬ ਵਿੱਚ ਲੋਰੀ ਆਦੇ ਨੇ ਦੁਬਈ ਵਿੱਚ ਜਨਾਬ ਪਿਕਅਪ ਆਦੇ ਨੇ ਮਸਕਤ ਵਿੱਚ ਕੀ ਆਦੇ ਨੇ IF ਇਹ ਜਨਾਬ ਗੱਡੀ ਯਾਨੀ ਪਾਕਿਸਤਾਨ 10 ਵੀਲਰੀ ਤੁਸੀਂ ਆਖ ਲਓ ਉਹ ਚਲਾਈ ਨਾ ਪੱਥਰ ਦਾ ਕੰਮ ਆਈ ਨਾ ਹੁੰਦਾ ਪੱਥਰ ਜਨਾਬ ਇਹ ਸ਼ਿਫਟ ਕਰਦੇ ਆਣ ਡਿਲੀਵਰੀ ਪੱਥਰ ਦੀ ਦਿੰਦੇ ਆਣ ਤੇ ਬਾਕੀ ਜਨਾਬ ਇੱਥੇ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਮੈਨ ਜੀ 10 ਮਹੀਨੇ ਹੋ ਗਏ ਟੋਟਲ ਜਨਾਬ ਇਹਨਾਂ 10 ਮਹੀਨੇ ਹੋ ਗਏ ਨੇ ਇਹਨਾਂ ਦੇ ਭਾਈ ਹੋਰਾਂ ਆਪਣੀ ਟਰਾਂਸਪੋਰਟ ਬਣਾਈ ਹੈ ਹਾਜੀ ਅਲੀ ਮੁਹੰਮਦ ਟਰਾਂਸਪੋਰਟ LLC ਉਹਦੇ ਵਾਸਤੇ ਇਹਨਾਂ ਆਖਿਆ ਬਹੁਤ ਕਿਸੇ ਦੀ ਮਜ਼ਦੂਰੀ ਕਰਨੇ ਨਾਲੋਂ ਇੱਥੇ ਆ ਜਾਓ ਆਪਣੀ ਗੱਡੀ ਪਾਣੇ ਆ ਤੇ ਇਹ ਕਦਰੇ ਬਿਹਤਰ ਕਿਉਂਕਿ ਰਹਿਣਾ ਜੇ ਪਰਦੇਸ ਹੋਇਆ ਤੇ ਨਹੀਂ ਕਦੋਂ ਪਾਰ ਵਿੱਚ ਆਣ ਪਰਦੇਸ ਹੁੰਦਾ ਹੀ ਚਲੋ ਭਰਾਵਾਂ ਕੋਲ ਆ ਜਾਏ ਅੱਗੇ ਵੱਖਰਾ ਹੀ ਤੇ ਇਹ ਜਨਾਬ ਉਹਨਾਂ ਦਾ ਜਿਹੜਾ ਫੈਸਲਾ ਹੈ ਉਹ ਤੁਸੀਂ ਕੀ ਸਮਝਦੇ ਹੋ ਅੱਛਾ ਜੀ ਉਹਨਾਂ ਦਾ ਅੱਛਾ ਫੈਸਲਾ ਹੈ ਇਹਨਾਂ ਜਨਾਬ ਆ ਕੇ ਗੱਡੀ ਜਿਹੜੀ ਡਿਮਾਂਡ ਕੀਤੀ ਹੈ ਉਹ ਗੱਡੀ ਉਹਨਾਂ ਜਨਾਬ ਇਹਨਾਂ ਨੂੰ ਪਰਚੇਜ਼ ਕਰਕੇ ਦਿੱਤੀ ਹੈ ਜਿਹੜੀ ਗੱਡੀ ਮੈਂ ਤੁਹਾਨੂੰ ਬਾਹਰੋਂ ਤਕਾਈ ਹੈ ਅੰਦਰੋਂ ਵੀ ਤਕਾ ਛੱਡਣਾ ਇਹ ਜਨਾਬ ਗੱਡੀ FM ਗੱਡੀ ਹੈ 2015 ਮਾਡਲ ਹੈ 2016 ਮਾਡਲ ਹੈ ਜਨਾਬ ਜਰਮਨ ਤੋਂ ਲੈ ਆਂਦੀ ਹੈ ਜਰਮਨ ਤੋਂ ਮੰਗਾਈ ਹੈ ਡਾਇਰੈਕਟ ਇੰਪੋਰਟ ਕਰਾਈ ਉੱਥੋਂ ਇੱਥੇ ਇੱਕ ਦਿਹਾੜ ਵੀ ਨਹੀਂ ਚੱਲੀ ਭਾਈ ਹੋਰਾਂ ਚਾਬੀ ਲਾਈ ਹੈ ਪਹਿਲੀ ਵਾਰੀ ਇੰਜੀ ਗੱਲ ਹੈ ਜੀ ਪਹਿਲੀ ਵਾਰੀ ਚਾਬੀ ਲਾਈ ਹੈ ਚਲਾਉਂਦਿਆਂ 10 ਮਹੀਨੇ ਹੋ ਗਏ ਨੇ 21 ਹੱਥ ਉੱਤੇ ਕੋਈ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਹਾਲ ਦੀ ਗੱਡੀ ਕੋਈ ਕੰਮ ਨਹੀਂ ਕੱਢਿਆ ਠੀਕ ਹੈ 10 ਮਹੀਨੇ ਚਲਾਈ ਹੈ ਬਿਲਕੁਲ ਅੱਛੀ ਗੱਡੀ ਹੈ ਜ਼ੋਰ ਵੀ ਸਹੀ ਲਾਂਦੀ ਹੈ ਵੈਸੇ ਵੀ ਚਲਾਣ ਵੀ ਅੱਛੀ ਹੈ ਜਿਸ ਤਰ੍ਹਾਂ ਕਾਰ ਚਲਾ ਰਹੇ ਹੋ ਕਾਰ ਸੇਮ ਕਾਰ ਵਾਲਾ ਸਿਸਟਮ ਇਹਦਾ ਆਟੋ ਗੱਡੀ ਹੈ ਇਹਨਾਂ ਦੀ ਮੈਂ ਗੱਲ ਪਟੋਕਣਾ ਆਟੋ ਗੱਡੀ ਹੈ ਸੇਮ ਗੇਅਰ ਸਾਡੀ ਗੱਡੀ ਵਾਲਾ ਤੁਸੀਂ ਵੇਖ ਸਕਦੇ ਹੋ ਬਾਕੀ ਡੈਸ਼ਬੋਰਡ 'ਚ ਫਰਕ ਹੈ ਇਹਦਾ ਇੱਥੇ ਆ ਹੁੰਦਾ ਐਕਸਟਰਾ ਖਾਨਾ
बाकी प्रॉपर ਦਾ ਕਿਸੇ ਵੇਲੇ ਵਲੌਗ ਬਣਾ ਦੇ ਗੱਡੀ ਦਾ ਇਸ ਟਾਈਮ ਭਾਈਰਾਂ ਦਾ ਵੀ ਲਾ ਕੇ ਤੇ ਕਿੰਨਾ ਸਫ਼ਰ ਤੁਸੀਂ ਇੱਕ ਮਹੀਨੇ ਵਿੱਚ ਇਸ ਗੱਡੀ ਤੇ ਕਰਦੇ ਹੋ ਤਕਰੀਬਨ ਕਿੰਨਾ ਸਫ਼ਰ ਕਰਦੇ ਹੋ जी मैं एक महीने ਵਿੱਚ ਤਕਰੀਬਨ 3 ਟ੍ਰਿਪ ਲਾਣਾ ਦੁਬਈ ਤੋਂ ਸਾਊਦੀਆ ਦੇ ਯੰਬੋ ਦੇ ਯਾਨੀ ਸੇਮ ਸ਼ੀਸ਼ੇ ਵਾਲੀ ਸਾਡਾ ਕੰਮ ਹੈ ਇਹ ਤਕਰੀਬਨ ਆਉਣ ਜਾਣ ਹੀ ਕਰਦੇ ਨੇ ਆਉਂਦੀਆਂ ਲੋਡ ਕਰਕੇ ਟੁਰ ਜਾਂਦੇ ਨੇ ਤੇ ਆਉਂਦੀਆਂ ਲੋਡ ਕਰਕੇ 3 ਯਾਨੀ 10 ਦਿਨ ਵਿੱਚ ਚੱਕਰ ਕੰਪਲੀਟ ਪੇ ਕਰਦੇ ਨੇ ਆਪਣਾ ਕੰਮ ਹੋਵੇ ਤਾਂ ਉਹਦਾ ਇਹ ਫਾਇਦਾ ਹੁੰਦਾ ਹੈ ਕੰਮ ਢੂੰਡਣਾ ਇਹ ਨਹੀਂ ਮਿਹਣਾ ਮਾਰਨਾ ਚਾਹੀਦਾ ਬਾਈ ਇੱਥੇ ਕੰਮ ਕੋ ਨਹੀਂ ਕੰਮ ਆਪ ਢੂੰਡਣਾ ਚਾਹੀਦਾ ਘੋੜਾ ਬਜਾਣਾ ਚਾਹੀਦਾ ਤੇ ਕੰਮ ਆਦ ਨਹੀਂ ਤੂੰ ਸਰ ਮਿੱਟੀ ਪਾੜ ਤੇ ਜ਼ਮੀਨ ਬੜੀ ਜ਼ਰਖੇਜ਼ ਆਂ ਦੀ ਕੋ ਕਹਾਵਤ ਜੇ ਕੋ ਤੁਹਾਨੂੰ ਹੁੰਦੀ ਤੇ ਤੁਸੀਂ ਵੇਚ ਦੱਸਣਾ ਤੇ ਬਾਕੀ ਜਨਾਬ ਇਹ ਗੱਡੀ ਤਕਰੀਬਨ ਕਿੰਨੇ ਪੈਸੇ ਦੀ ਆਈ ਹੈ ਫਿਕਸ ਅਮਾਉਂਟ ਤਾਂ ਕੋਈ ਬੰਦਾ ਨਹੀਂ ਦੱਸਦਾ ਨਾ ਪਤਾ ਹੁੰਦਾ ਹੈ ਜੀ ਇਹ ਆਈ ਹੈ 95000 ਦਿਰਹਮ ਦੀ ਜਨਾਬ ਪਿੱਛੇ 36000 ਦਿਰਹਮ ਦਾ ਟਰਾਲਾ ਬਣਵਾਇਆ ਐਕਸਟਰਾ ਜਿਹੜੀ ਆ ਪਾਸਿੰਗ ਤੇ ਪੈਸੇ ਲੱਗੇ ਨਾ ਤੇ ਕੋਈ 10-1000 ਉਹ ਵੀ ਖਰਚਾ ਆ ਗਿਆ 95000 ਦੀ ਕੈਸ਼ ਗੱਡੀ ਆਈ ਹੈ ਕਿਉਂਕਿ ਬਾਹਰੋਂ ਮੰਗਾਣੀ ਵੀ ਤੇ ਕੈਸ਼ ਦੇਣਾ ਪੈਂਦਾ 36-37000 ਦਾ ਟਰਾਲਾ ਤਕਰੀਬਨ 10 ਤੋਂ 15000 ਪਹਿਲੀ ਵਾਰੀ ਗੱਡੀ ਚਲਾਈ ਪੈ ਜਾਂਦੀ ਹੈ ਤੁਸੀਂ ਬਣਾ ਲਓ 1 ਲੱਖ ਤੇ 40 ਯਾਨੀ 1.5 ਲੱਖ ਰੁਪਏ ਦਾ ਇਹ ਤਕਰੀਬਨ ਸੈੱਟ ਬਣਿਆ 5000 ਉਤਾਂ ਜਾਂ 4000 ਹੇਠਾਂ ਠੀਕ ਹੈ 3 ਟ੍ਰਿਪ ਪਿਆ ਦੇ ਨੇ ਇੱਕ ਟ੍ਰਿਪ ਕਿੰਨਾ ਬਣਦਾ ਤਕਰੀਬਨ ਸਫ਼ਰ ਯਾਨੀ 500 ਬਾਰਡਰ ਫਿਰ 500 ਰਿਆਜ਼ 8 ਤੇ 5 13 ਤੇ 5 17 17 ਤੋਂ 34 3500 ਕਿਲੋਮੀਟਰ ਬਣਦਾ ਸਫ਼ਰ ਇੱਕ ਟ੍ਰਿਪ ਦਾ ਠੀਕ ਹੈ ਯਾਨੀ ਇਹ 3 ਟ੍ਰਿਪ ਕਰਦੇ ਨੇ 3 6 3 9 9000 ਇੱਕ ਹੋ ਗਿਆ ਤੇ 5 ਤੇ 10 15 ਯਾਨੀ 10000 ਤੇ 500 ਕਿਲੋਮੀਟਰ ਸਫ਼ਰ ਬਣਦਾ ਇੰਜੀ ਗੱਲ 21 ਮਹੀਨੇ ਚ ਕਰਦੇ ਨੇ ਬਾਕੀ ਇਹਦਾ ਤੁਸੀਂ ਆਇਲ ਚੇਂਜ ਜਿਹੜਾ ਹੈ ਉਹ ਕਿਤਨੇ ਚਿਰ ਬਾਅਦ ਕਰਾਉਂਦੇ ਜੀ ਮੈਂ ਜਿਸ ਟਾਈਮ 3 ਟ੍ਰਿਪ ਲੱਗਦੇ ਜਾਣ ਮੈਂ ਤੀਸਰੀ ਟ੍ਰਿਪ ਖਾਲੀ ਕਰਦਿਆਂ ਸਾਰੀ ਦਾ ਆਇਲ ਚੇਂਜ ਕਰਾਨਾ ਉਹਦੇ ਵਿੱਚ ਕੋਈ ਬਿਲਕੁਲ ਬੰਬਾ ਫਿਲਟਰ ਨਹੀਂ ਬੰਬਾ ਫਿਲਟਰ ਆਲ ਜਿਹੜੇ ਇਹਨਾਂ ਦੇ ਫਿਲਟਰ ਹੈ ਨਾ ਉਹ ਸਭ ਕੁਝ ਇਹਨਾਂ ਦੇ ਤੇ ਬਾਕੀ ਤੇਲ ਓਰੀਜਨਲ ਵਾਲਵੋ ਦਾ ਸਾਰਾ ਓਰੀਜਨਲ ਵਾਲਵੋ ਦਾ ਤੇਲ ਆਇਲ ਚੇਂਜ ਮੈਂ ਵਾਲਵੋ ਦਾ ਆਇਲ ਮੈਂ ਤੁਹਾਨੂੰ ਅੱਗੇ ਵੀ ਆਪਣੇ ਵਲੌਗ ਵਿੱਚ ਦੱਸ ਚੁੱਕਿਆ ਵਾਲਵੋ ਦਾ ਓਰੀਜਨਲ ਆਇਲ ਓਰੀਜਨਲ ਫਿਲਟਰ ਉਹ ਆਦੇ ਨੇ ਕੰਮ ਮਾੜਾ ਹੋਣ ਲੱਗਿਆ ਕੋਈ ਨਹੀਂ ਪਤਾ ਲੱਗਦਾ ਇਹ ਰੱਬ ਤੇ ਸੱਟਣੀ ਚਾਹੀਦੀ ਲੇਕਿਨ ਇੱਕ ਵਾਰੀ ਆਪਣਾ ਜ਼ਹਿਨ ਪੂਰਾ ਮੁਤਮਿਨ ਕਰਨਾ ਚਾਹੀਦਾ ਓਰੀਜਨਲ ਫਿਲਟਰ ਜਿਹੜੀ ਮੱਗੇ ਹਨ ਲੇਕਿਨ ਉਤਨੀ ਐਵਰੇਜ ਵੀ ਜ਼ਿਆਦਾ ਦਿੰਦੇ ਨੇ ਤਕਰੀਬਨ 10500 ਕਿਲੋਮੀਟਰ ਉਹਦੇ ਨਾਲ ਚਲਾਉਂਦੇ ਨੇ ਠੀਕ ਹੈ ਬਾਕੀ ਨਾ ਉਹ ਗੱਲ ਬਾਰਡਰ ਦੀ ਪੁੱਛਣੀ ਹੈ ਬਾਰਡਰ ਤੇ ਤੁਸੀਂ ਪਹਿਲੀ ਵਾਰੀ ਆ ਕੰਮ ਸਟਾਰਟ ਕੀਤਾ ਬਾਰਡਰ ਤੇ ਕੀ ਮੁਸ਼ਕਲਾਤ ਨੇ ਤੇ ਕਿਸ ਤਰ੍ਹਾਂ ਬਾਰਡਰ ਕਲੀਅਰ ਹੁੰਦਾ ਸਾਨੂੰ ਤੇ ਅੱਗੇ ਪਤਾ ਤੁਹਾਨੂੰ ਵੀ ਦੱਸਿਆ ਲੇਕਿਨ ਜਿਹਨਾਂ ਬੰਦਿਆਂ ਨਹੀਂ ਪਤਾ ਜਿਹੜੇ ਬੰਦੇ ਇੱਥੇ ਆਉਣਾ ਚਾਹੁੰਦੇ ਨੇ ਪਾਕਿਸਤਾਨ 'ਚ ਵੀਡੀਓ ਵੇਖ ਰਹੇ ਨੇ ਕਿਸੇ ਹੋਰ ਮੁਲਕ 'ਚ ਵੇਖ ਰਹੇ ਨੇ ਜਿਸ ਤਰ੍ਹਾਂ ਅਸੀਂ ਸਾਊਦੀ ਆ ਰਹੇ ਹਾਂ ਸਾਨੂੰ ਬੱਤੇ ਬਾਰਡਰ ਦਾ ਕੋਈ ਪਤਾ ਨਹੀਂ ਠੀਕ ਹੈ ਉਂਝ ਇਦਾਂ 9 ਸਾਲ ਅਸੀਂ ਗੱਡੀ ਚਲਾਈ ਲੇਕਿਨ ਬੱਤੇ ਦਾ ਕੋਈ ਪਤਾ ਨਹੀਂ ਬੱਤਾ ਬਾਰਡਰ ਹੈ ਸਾਨੂੰ ਤਾਂ 70 ਰਿਆਸਤਾਂ ਦਾ ਵੀ ਕੋਈ ਨਹੀਂ ਪਤਾ ਬਹੁਤੀਆਂ 7 ਰਿਆਸਤਾਂ ਨੇ ਉਂਝ ਕੂੜ ਮਾਰਨੇ 'ਚ ਕੋਈ ਫਾਇਦਾ ਨਹੀਂ ਇਹਨਾਂ ਕੋ ਪਤਾ ਕਰਨੇ ਬਾਰਡਰ ਦੀ ਮੁਸ਼ਕਲਾਤ ਤੁਹਾਨੂੰ ਠੀਕ ਲੱਗਦੀਆਂ ਨੇ ਕੀ ਤਰੀਕਾ ਕਿਸ ਤਰ੍ਹਾਂ ਨਿਕਲਣਾ ਚਾਹੀਦਾ ਤੇ ਤੁਹਾਨੂੰ ਵੀ ਕੋਈ ਮਸ਼ਵਰਾ ਦੇਣ ਤੇ ਬਾਰਡਰ ਤੇ ਕੀ ਤਰੀਕਾ ਕਾਰ ਹੈ ਤੇ ਕਿਸ ਤਰ੍ਹਾਂ ਜਨਾਬ ਤੁਸੀਂ ਕੀ ਸਮਝਦੇ ਹੋ ਬਾਏ ਮੁਸ਼ਕਲ ਕੰਮ ਹੈ ਮਸਕਤ ਨਾਲੋਂ ਹੀ ਆਏ ਜੀ ਐਡਾ ਮੁਸ਼ਕਲ ਕੰਮ ਕੋਈ ਨਹੀਂ ਬਾਰਡਰ ਦਾ ਵੀ ਬਾਰਡਰ ਤਾਂ ਪਹਿਲਾਂ ਮੁਸ਼ਕਲਾਤ ਆਣ ਲੇਕਿਨ ਹੁਣ ਜ਼ਿਆਦਾ ਜਿਹੜੀਆਂ ਨੇ ਉਹ ਆਸਾਨੀਆਂ ਹੁੰਦੀਆਂ ਜਾ ਰਹੀਆਂ ਫਸਲ ਦੇ ਜ਼ਰੀਏ ਜਲਦੀ ਆ ਜਾਈਦਾ ਲਿਆਜ਼ਾ ਤਫਸ਼ੀਸ਼ ਵੀ ਗੱਡੀ ਨਾ ਪਾਉਣ ਦਈਏ ਕੋਈ ਮਨਸ਼ੀਆਤ ਜ਼ਿਆਦਾ ਨਾ ਲਿਆ ਵੀ ਕੋਈ ਚੀਜ਼ਾਂ ਨਾ ਲਿਆ ਵੀ ਤੇ ਬਿਲਕੁਲ ਤਫਸ਼ੀਸ਼ ਚੋਂ ਗੱਡੀ ਨਹੀਂ ਪਾਉਂਦੀ ਲਿਆਜ਼ਾ ਹੁਣ ਜਲਦੀ ਬਾਹਰ ਨਿਕਲ ਜਾਂਦੇ ਆ 2-3 ਘੰਟੇ ਚ 4 ਘੰਟੇ ਕਲੀਅਰ ਗੱਡੀ ਹੋ ਕੇ ਜਲਦੀ ਬਾਹਰ ਕੱਢ ਛੱਡਦੇ ਨੇ ਇਹ ਅੱਗੇ ਵੀ ਮੈਨੂੰ ਵੀ ਇਸ ਗੱਲ ਦਾ ਅੰਦਾਜ਼ਾ ਕਿਉਂਕਿ ਅਸੀਂ ਬਾਰਡਰ ਤੇ ਚੱਲਿਆ ਮੈਂ ਭਾਈਰਾਂ ਦੇ ਮੂੰਹ ਤੁਹਾਨੂੰ ਪੁੱਛਣਾ ਪਸੰਦ ਕੀਤਾ ਮੈਂ ਕਿਹਾ ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਜ਼ਹਿਨ ਹੁੰਦਾ ਤੇ ਭਾਈਰਾਂ ਦੇ ਕੋ ਪਤਾ ਕਰਨਾ ਇਹ ਅੱਗੇ ਖਲੋ ਕੇ ਗੱਡੀ ਦਾ ਟੈਬ ਵਿੱਚ ਮਾਰਦੇ ਨੇ ਸਾਰਾ ਨਿਜ਼ਾਮ ਟੈਬ ਵਿੱਚ ਯਾਨੀ ਮੇਰੇ ਹੱਲ ਆਇਆ ਤੇ ਮੈਂ ਅਗਾ ਟੋਰ ਛੜਿਆ ਉਹ ਸਗਾ ਟੋਰ ਛੜਿਆ ਉਹ ਸਗਾ ਕਲੀਅਰ ਹੁੰਦੀ ਜਾਂਦੀ ਹੈ ਤੇ ਬਾਹਰ ਜੇ ਗਲਤ ਹੋ ਤੇ ਉਹਨਾਂ ਤੁਹਾਨੂੰ ਜਾਣ ਕੋ ਨਹੀਂ ਦੇਣਾ ਬਾਕੀ ਇੱਕ ਹੋਰ ਮੇਜਰ ਗੱਲ ਪੁੱਛਣੀ ਹੈ ਜਿਹਦੇ ਵਿੱਚ ਮੈਂ ਆ ਵੀ ਕਨਫਿਊਜ਼ ਹਾਂ ਤੇ ਤੁਹਾਡੇ ਤੋਂ ਇਸ ਵਜ੍ਹਾ ਤੋਂ ਪੁੱਛਣੀ ਹੈ ਆਪਣੀ ਗੱਡੀ ਹੋਵੇ ਤੇ ਛੱਡ ਕੇ ਯੂਰਪ ਮੁਲਕ ਚ ਜਾਣਾ ਚਾਹੀਦਾ ਜੀ ਨਹੀਂ ਜਾਣਾ ਚਾਹੀਦਾ 3 ਟ੍ਰਿਪ ਵੀ ਲੱਗ ਜਾਣ 2 ਟ੍ਰਿਪ ਵੀ ਲੱਗ ਜਾਣ ਤੇ ਮਾਸ਼ਾਅੱਲਾ ਠੀਕ ਠਾਕ ਰੋਜ਼ੀ ਇੱਥੇ ਵੀ ਅੱਛੀ ਹੈ ਲਿਹਾਜ਼ਾ ਯੂਰਪ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਉੱਥੇ ਵੀ ਮਜ਼ਦੂਰੀ ਕਰਨੀ ਹੈ ਤੇ ਇਹ ਤਾਂ ਬਿਹਤਰ ਹੈ ਆਪਣੀ ਗੱਡੀ ਹੋਵੇ ਤਾਂ ਕੋਈ ਬਾਹਰ ਯੂਰਪ ਚ ਜਾਣੇ ਦੀ ਜ਼ਰੂਰਤ ਨਹੀਂ ਉਹ ਆਦੇ ਨਹੀਂ ਬਾਈ ਕੀ ਪਿਓ ਦੇ ਜਨਾਬ ਪੁੱਤਰ ਹੁੰਦੇ ਨੇ 2 ਜਾਂ 3 ਹਰ ਬੰਦੇ ਦਾ ਆਪਣਾ ਦਿਮਾਗ ਹੁੰਦਾ ਹਰ ਬੰਦੇ ਦਾ ਕੋਈ ਆਲਮ ਬਣ ਜਾਂਦਾ ਕੋਈ ਸ਼ਹਿਰ ਬਣ ਜਾਂਦਾ ਕੋਈ ਜ਼ਿਮੀਦਾਰ ਬਣ ਜਾਂਦਾ ਮੈਂ ਤੇ ਆਪ ਮੇਰਾ ਤਜਰਬਾ ਇਹ ਵਾ ਮੈਂ ਆਖਾਂ ਵਾ ਮੈਂ ਤੂੰ ਨਹੀਂ ਕਾਲਾ ਵਾ ਮੈਂ ਕੋਈ ਬੰਦਾ ਮੈਂ ਦੂਸਰੇ ਨਾਲ ਗੱਲ ਵੀ ਕੀਤੀ ਹੈ ਯੂਰਪ ਦਾ ਯਾਨੀ ਕੋਈ ਜੁਗਾੜ ਲੱਗੇ ਤੇ ਮੈਂ ਨਸਣ ਨੂੰ ਤਿਆਰ ਆ ਲੇਕਿਨ ਭਾਈਰਾਂ ਦਾ ਇਹ ਆਖਣਾ ਹੈ ਭਾਈ ਤੇ ਆਪਣੀ ਗੱਡੀ ਹੋਵੇ ਤੇ ਪੈਸੇ ਜ਼ਿਆਦਾ ਬਚਦੇ ਨੇ ਮੈਂ ਭਾਈਰਾਂ ਦੇ ਤੋਂ ਟੋਟਲ ਐਵਰੇਜ ਤਕਰੀਬਨ ਪੁੱਛਣੀ ਹੈ ਕਿਉਂਕਿ ਇਹਨਾਂ ਦਾ ਆਪਣਾ ਕੰਮ ਹੈ ਇਹਨਾਂ ਦੀ ਤੇ ਐਵਰੇਜ ਥੋੜੀ ਜ਼ਿਆਦਾ ਹੀ ਹੋਣੀ ਹੈ ਲੇਕਿਨ ਆਮ ਇੱਕ ਬੰਦਾ ਬਾਹਰ ਗੱਡੀ ਪਾ ਚਲਾਉਂਦਾ ਹੈ
ਤੇ ਮੁਣ ਵਾਦ ਨਹੀਂ ਬਾ ਜੇ ਮਰਿੰਦੀ ਮਾਰੀ ਨਾ ਹੋਵੇ ਤੇ ਮਰਿੰਦੀ ਤੇ ਫਿਰ ਵੇਖੀ ਹੈ ਨਾ ਚਲਦੀ ਯਾਨੀ ਗੱਡੀਆਂ ਵੇਖੀਆਂ ਨੇ ਤੇ ਦੱਸਣਾ ਹੈ ਵਾ ਕਿਤਨੀ ਮੋਟੀ ਮੋਟੀ ਐਵਰੇਜ ਇੱਕ ਬੰਦਾ ਕੱਢ ਲੈਂਦਾ ਜਿਹਦੀ ਟਰਾਲਾ ਗੱਡੀ ਆਪਣਾ ਹੋਵੇ। ਹਾਂਜੀ ਜਨਾਬ, ਤੇ ਇੱਕ ਬੰਦਾ ਆਪਣੀ ਗੱਡੀ ਹੋਵੇ ਆਪਣਾ ਸੈੱਟ ਪੂਰਾ ਹੋਵੇ ਤੇ ਜੀ ਕਿਤਨੀ ਔਸਤ ਕੱਢ ਲੈਂਦਾ ਤਕਰੀਬਨ? ਜੇ 15 ਤੋਂ 16000 ਰੁਪਇਆ ਜਿਹੜਾ ਨਾ ਉਹਦਾ ਐਵਰੇਜ ਉਹ ਮਹੀਨੇ ਦੀ ਆਪਣੀ ਬੰਦਾ ਕੱਢ ਲੈਂਦਾ ਤੇ ਮਾਸ਼ਾਅੱਲਾ ਜਿਹੜਾ ਇਹ ਕੰਮ ਠੀਕ ਠਾਕ ਜਿੱਦਾਂ ਉਹ ਆਪਣਾ ਹੋਵੇ ਤਾਂ ਅੱਛੀ ਜਿਹੜੀ ਹੈ ਨਾ ਐਵਰੇਜ ਕੱਢ ਲੈਂਦਾ। ਉਹਨਾਂ ਦਾ ਇਹ ਕਹਿਣਾ ਉਹਨਾਂ ਦੀ ਆਪਣੀ ਗੱਡੀ 10 ਯਾਨੀ 16 17000 15000 ਐਵਰੇਜ ਨਿਕਲਦੀ ਹੈ। ਫਿਕਸ ਅਮਾਉਂਟ ਕੋਈ ਬੰਦਾ ਨਹੀਂ ਦੱਸਦਾ, ਨਾ ਪਤਾ ਹੁੰਦੀ ਕਿਸੇ ਵੇਲੇ ਫੇਰਾ ਵੱਧ ਲੱਗਦਾ ਕਿਸੇ ਵੇਲੇ ਘੱਟ ਲੱਗਦਾ। ਲੇਕਿਨ ਮੋਟਾ ਮੋਟਾ ਤੁਸੀਂ ਕੁਝ ਵੀ ਨਾ ਕਰੋ ਗੱਡੀ 10000 ਰੁਪਇਆ ਛੱਡਦੀ ਆਪਣੀ ਗੱਡੀ ਹੋਵੇ ਤਾਂ ਹੁਣ ਠੀਕ ਹੈ। ਬਾਟਾ ਦੀਆਂ ਮੁਸ਼ਕਲਾਤਾਂ ਤੇ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਦਿਆਂ ਰਹੀਦਾ ਤੇ ਉਂਝ ਵੀ ਪਤਾ ਮੁਸ਼ਕਲ ਹੈ ਪ੍ਰਦੇਸ਼ ਜਿਹੜਾ ਵੀ ਹੈ ਮੁਸ਼ਕਲ ਹੈ ਬਿਸ਼ੱਕ ਕਿੱਥੇ ਵੀ ਹੈ ਕਿਦਾਂ ਵੀ ਹੈ ਕਦੋਂ ਪਾਰ ਵੀ ਚਾਨ ਪ੍ਰਦੇਸ਼ ਹੁੰਦੀ ਹੋ ਤੇ ਤੂੰ ਪਾਕਿਸਤਾਨ ਵਿੱਚ ਡਰਾਈਵਰੀ ਕਰਦੇ ਹੋ ਤਾਂ ਤੁਸੀਂ ਪ੍ਰਦੇਸ਼ ਵਿੱਚ ਹੀ ਹੋ। ਬਾਕੀ ਜਨਾਬ ਭਾਈਰਾਂ ਦੇ ਤੋਂ ਲੈਣੇ ਆ ਇਜਾਜ਼ਤ ਤੇ ਗੱਡੀ ਦਾ ਸਿਰਫ ਇਹਨਾਂ ਪੁੱਛਣਾ ਪਰ ਰੋਡ ਪਿਕ ਕੈਸੀ ਹੈ ਤੁਹਾਨੂੰ ਇਸ ਗੱਡੀ ਨੇ ਅੱਗੇ ਵੀ ਦੱਸਿਆ ਨਾ ਤੰਗ ਕੋ ਨਹੀਂ ਕੀਤਾ। ਰੋਡ ਗ੍ਰਿਪ ਕੈਸੀ ਹੈ ਇੱਕ ਬੰਦਾ ਤੁਸੀਂ ਚਲਦੇ ਹੋ ਪਏ ਗੱਡੀ ਦਾ ਇੱਥੇ ਤੁਸੀਂ ਧਾਰ ਛੱਡਦੇ ਹੋ ਚਾਹ ਦਾ ਕੱਪ ਜਾਂ ਤੁਸੀਂ ਕੁਛ ਹੈ ਮੇਰੇ ਖਿਆਲ ਨਾਲ ਉਹ ਵੀ ਨਹੀਂ ਡੁੱਲਦੀ ਹੋਣੀ ਜੀ ਨਹੀਂ ਡੁੱਲਦੀ ਬਿਲਕੁਲ ਇਸ ਜਗ੍ਹਾ ਤੇ ਧਾਰ ਛੱਡਣ ਅੱਛੀ ਹੈ ਗੱਡੀ ਦੀ ਚਲਾਈ ਬਹੁਤ ਅੱਛੀ ਹੈ ਮਾਸ਼ਾਅੱਲਾ ਪੁਰਸਕੂਨ ਮਾਹੌਲ ਵਿੱਚ ਕਾਰ ਜਿਸ ਤਰ੍ਹਾਂ ਚੱਲਦੀ ਹੈ ਇਸੇ ਤਰ੍ਹਾਂ ਵੱਡੀ ਗੱਡੀ ਇਹ ਚੱਲਦੀ ਹੈ ਲਿਆਦਾ ਇਸ ਬਿਲਕੁਲ ਜਿਹੜੀ ਹੈ ਨਾ ਇਹਦੇ ਵਿੱਚ ਬੰਦਾ ਥਕਾਵਟ ਜ਼ਿਆਦਾ ਨਹੀਂ ਹੁੰਦੀ ਇਸ ਜੀ ਭਾਈ ਰਨ ਕੋਈ ਮਸਲਾ ਵੀ ਥੋੜਾ ਆਈ ਕਿਉਂਕਿ ਉੱਥੇ ਇਹਨਾਂ ਦਾ ਮਸਕਤ ਉਮਾਨ ਵਿੱਚ ਐਕਸੀਡੈਂਟ ਵੀ ਹੋਇਆ ਹੀ ਅੱਲਾਹ ਪਾਕ ਇਹਨਾਂ ਨੂੰ ਬਚਾਇਆ ਤੇ ਇਹਨਾਂ ਦਾ ਕੋਈ ਮੋਹਰਿਆਂ ਦੀ ਤਕਲੀਫ ਹੈ ਲੇਕਿਨ ਫਿਰ ਵੀ ਇਹਨਾਂ ਨੂੰ ਪਤਾ ਹੈ ਭਾਈ ਗੱਡੀ ਪੁਰਸਕੂਨ ਹੈ ਪਾਕਿਸਤਾਨ ਤੇ ਗੱਡੀ ਕੋਈ ਇੰਦੀ ਹੋਵੇ ਨਾ ਕਮਾਣੀਆਂ ਵਾਲੀ ਤੋਂ ਬੰਦੇ ਕੋ ਚਲਾਣ ਨਹੀਂ ਹੁੰਦੀ ਮੋਹਰਿਆਂ ਅੰਦਰ ਨਾਲ ਤੇ ਭਾਈ ਹੋਰੀ ਬਿਲਕੁਲ ਠੀਕ ਚਲਾ ਰਹੇ ਨੇ ਤੇ ਐਂਡ ਕਰਦੇ ਅੱਜ ਦੇ ਵਲੌਗ ਦਾ ਕਿਉਂਕਿ 20 ਲੱਖ ਹੋ ਜਾਂਦਾ ਲੰਮਾ ਫਿਰ ਬੰਦੇ ਆਦੇ ਨੇ ਓਏ ਸੁਣ ਕੀ ਨਵਾਂ ਸਿਆਪਾ ਪਾ ਲਿਆ ਉਹ ਮੁੱਕਣ ਦੇ ਆ ਖੈਰ ਦੇ ਉਹ ਜਿਹੜੇ ਬੰਦੇ ਇੱਥੇ ਆ ਨਾ ਹੁਣ ਮੇਰੇ ਨਾਲ ਜਿਹੜੇ ਵੀਵਰ ਨੇ ਭਾਈ ਹੋਰੀ ਨੇ ਹਾਜੀ ਅਲਤਾਫ ਸਾਹਿਬ ਨੇ ਇਹਨਾਂ ਨੇ ਫੀਲਡ ਡਿਸਾਈ ਨਹੀਂ ਹੁੰਦੀ ਲੇਕਿਨ ਜਿਹੜੇ ਬੰਦੇ ਪਾਕਿਸਤਾਨ ਹੈ ਨਾ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੇ ਨਵੀਂ ਗੱਲ ਲੱਭਦੀ ਹੈ ਠੀਕ ਹੈ ਇਸ ਵਾਸਤੇ ਇਹ ਗੱਲਾਂ ਉਹਨਾਂ ਵਾਸਤੇ ਹੁੰਦੀਆਂ ਨੇ ਜਿਹੜੇ ਬੰਦੇ ਇਸ ਤੋਂ ਨਾ ਵਾਕਿਫ ਨੇ ਜਿਨ੍ਹਾਂ ਦੇ ਇਲਮ ਜਾਂ ਨੌਲੇਜ ਵਿੱਚ ਨਹੀਂ ਜਿਨ੍ਹਾਂ ਨੂੰ ਪਤਾ ਹੈ ਉਹ ਪੜ੍ਹਦੇ ਬਣ ਕੇ ਥੱਲੇ ਕਮੈਂਟ ਆਵੇ ਵਾਧਾ ਘਾਟਾ ਕੋ ਨਾ ਕਰਦੇ ਰਹੇ ਕਿਉਂਕਿ ਭਾਈਦਿਆਂ ਅੱਗੇ ਵੀ ਮੈਂ ਕਿਹਾ ਵਾਹਣ ਹੁੰਦੇ ਨੇ ਬਰਾਬਰ ਜੇ ਇੱਜ਼ਤ ਅਫਜ਼ਾਈ ਦੀ ਹੋਵੇ ਨਾ ਤੇ ਜੇ ਨਾ ਦਿਲ ਲੱਗੇ ਵੀਡੀਓ ਤੋਂ ਸਕਿਪ ਕਰ ਛੱਡਦੀ ਹੈ ਜੇ ਉਹ ਵੀਡੀਓ ਖੋਲੋ ਮੁਣ ਕਮੈਂਟ ਕਰੋ ਮੁਣ ਆਪਣੀ ਤੁਸੀਂ ਤਰਬੀਅਤ ਨੂੰ ਪੜਾਓ ਵਿੱਚ ਕਮੈਂਟ ਗਲਤ ਕਰੋ ਉਹ ਫਿਰ ਟਾਈਮ ਵੀ ਲੱਗਦਾ ਹੈ ਤੇ ਤਰਬੀਅਤ ਵੀ ਫਿਰ ਸਾਰੇ ਬੰਦੇ ਵੀਵਰ ਸਾਡੇ ਵੀ ਵੇਖਦੇ ਨੇ ਠੀਕ ਹੈ ਮੈਂ ਨਹੀਂ ਕਿਸੇ ਬੰਦੇ ਨੂੰ ਮੈਂ ਕਮੈਂਟ ਵੇਣਾ ਕਿਸੇ ਬੰਦੇ ਨੂੰ ਵੀ ਗਲਤ ਕਮੈਂਟ ਨਾ ਕਰੋ ਤੁਹਾਡੇ ਦਿਲ ਨਹੀਂ ਲੱਗਦੀ ਵੀਡੀਓ ਸਕਿਪ ਕਰ ਛੱਡੋ ਬਸ ਤੇ ਠੀਕ ਹੈ ਮਿਲਦੇ ਆ ਜਨਾਬ ਨੈਕਸਟ ਵਲੌਗ ਵਿੱਚ ਤੇ ਥੈਂਕ ਯੂ ਜਨਾਬ ਰਿਆਸਤ ਸਾਹਿਬ ਤੁਸੀਂ ਜਿਹੜਾ ਸਾਡਿਆਂ ਵੀਵਰਾਂ ਨੇ ਇਹ ਟਾਈਮ ਵੀ ਦਿੱਤਾ ਹੈ ਕਿਉਂਕਿ ਗੱਲਾਂ ਹਰ ਬੰਦੇ ਦਾ ਆਪਣਾ ਆਪਣਾ ਦਿਮਾਗ ਹੁੰਦਾ ਹੈ ਆਪਣਾ ਆਪਣਾ ਹਿਸਾਬ ਹੁੰਦਾ ਹੈ ਤੇ ਐਂਡ ਕਰਦੇ ਅੱਜ ਦਾ ਵਲੌਗ ਦਾ ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੌਗ ਵਿੱਚ ਉਸ ਵੇਲੇ ਜਨਾਬ ਅੱਲਾ ਦੇ ਵਾਲੇ ਹੱਸਦੇ ਰਹੋ ਵਸਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵਿਆ ਤੇ ਫਾਲੋ ਵੀ ਕਰ ਲਵਿਆ ਤੇ ਪਾਕਿਸਤਾਨ ਜ਼ਿੰਦਾਬਾਦ।